Dear students, welcome again. Our today's topic is guidelines for pedagogical analysis. ਹੁਣ ਜਦੋਂ ਪੈਡਾਗੋਜੀਕਲ ਐਨਾਲਿਸਿਸ ਕਰਨਾ ਹੈ ਤਾਂ ਉਸ ਟਾਈਮ ਕਿਹੜੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕਰਨਾ ਹੈ। ਹੁਣ ਪੈਡਾਗੋਜੀਕਲ ਐਨਾਲਿਸਿਸ ਹੁਣ ਅਸੀਂ ਸਭ ਤੋਂ ਫਸਟ ਵਿੱਚ ਦੇਖਾਂਗੇ ਕੰਟੈਂਟ ਐਨਾਲਿਸਿਸ। ਕੰਟੈਂਟ ਐਨਾਲਿਸਿਸ ਦੇ ਵਿੱਚ ਵਟ ਟੂ ਟੀਚ ਅਸੀਂ ਫਿਰ ਥੋੜਾ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲ ਕਰਦੇ ਹਾਂ। ਸੈਕਿੰਡ ਹੈ ਫਾਰਮੂਲੇਸ਼ਨ ਆਫ ਇੰਸਟਰਕਸ਼ਨਲ ਓਬਜੈਕਟਿਵਸ। ਫਿਰ ਜਿਹੜੇ ਇੰਸਟਰਕਸ਼ਨਲ ਓਬਜੈਕਟਿਵਸ ਨੇ ਉਹਨਾਂ ਦਾ ਨਿਰਮਾਣ ਕਰਨਾ, ਉਹਨਾਂ ਦੀ ਫਾਰਮੂਲੇਸ਼ਨ ਕਰਨਾ। ਮੀਨਸ ਕਿ ਵਾਈ ਟੂ ਟੀਚ, ਕਿ ਅਸੀਂ ਜਿਹੜਾ ਇਹ ਕੰਟੈਂਟ ਹੈ ਉਹ ਕਿਉਂ ਪੜ੍ਹਾਉਣਾ ਹੈ। ਥਰਡ ਹੈ ਲਰਨਿੰਗ ਐਕਸਪੀਰੀਅੰਸਿਸ ਐਂਡ ਚੂਜ਼ਨ ਮੈਥਡਸ ਹਾਊ ਟੂ ਟੀਚ। ਫਿਰ ਇਹਦੇ ਵਿੱਚ ਇੱਕ ਤਾਂ ਲਰਨਿੰਗ ਐਕਸਪੀਰੀਅੰਸਿਸ ਅਤੇ ਨਾਲ ਜਿਹੜੇ ਮੈਥਡਸ ਨੇ ਉਹ ਚੂਜ਼ ਕਰਨੇ ਹੈ, ਹਾਊ ਟੂ ਟੀਚ, ਕਿਸ ਤਰੀਕੇ ਨਾਲ ਪੜ੍ਹਾਉਣਾ ਹੈ। ਨੈਕਸਟ ਹੈ ਇਵੈਲੂਏਸ਼ਨ ਮੈਥਡ, ਸਿਲੈਕਸ਼ਨ ਆਫ ਇਵੈਲੂਏਸ਼ਨ ਡਿਵਾਈਸ। ਹੁਣ ਇਵੈਲੂਏਸ਼ਨ ਮੈਥਡ ਕਿਹੜਾ ਪੈਡਾਗੋਜੀਕਲ ਐਨਾਲਿਸਿਸ ਦੇ ਲਈ ਚੂਜ਼ ਕਰਨਾ ਹੈ, ਉਹਦੀ ਇੱਥੇ ਸਿਲੈਕਸ਼ਨ ਕਰਨੀ ਹੈ। ਫਸਟ ਇਹਦੇ ਵਿੱਚ ਹੈ ਯੂਨਿਟ ਐਨਾਲਿਸਿਸ ਜਾਂ ਕੰਟੈਂਟ ਐਨਾਲਿਸਿਸ, ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਵਾਟ ਟੂ ਟੀਚ, ਕੀ ਪੜ੍ਹਾਇਆ ਜਾਣਾ ਚਾਹੀਦਾ। ਯੂਨਿਟ ਮੀਨਸ ਟੌਪਿਕਸ ਐਂਡ ਐਨਾਲਿਸਿਸ ਮੀਨਸ ਡਿਵਾਈਡਿੰਗ ਇਨਟੂ ਪਾਰਟਸ। ਯੂਨਿਟ ਲੈਣੀ ਹੈ ਅਸੀਂ ਕੋਈ ਵੀ ਜਿਹਦੇ ਵਿੱਚ ਟੌਪਿਕ ਹੁੰਦੇ ਨੇ ਕੁਛ, ਅਤੇ ਅਸੀਂ ਨਾਲ ਐਨਾਲਿਸਿਸ ਦਾ ਮੀਨਿੰਗ ਹੋ ਗਿਆ ਕਿ ਇਹਨੂੰ ਡਿਵਾਈਡ ਕਰਨਾ ਪਾਰਟਸ ਦੇ ਵਿੱਚ। ਦ ਕੰਟੈਂਟ ਐਨਾਲਿਸਿਸ ਇਜ਼ ਨॉट ਐਨ ਈਜ਼ੀ ਟਾਸਕ, ਇਹ ਕੋਈ ਸੌਖਾ ਕੰਮ ਨਹੀਂ ਹੈ। ਇਨ ਡੂਇੰਗ ਕੰਟੈਂਟ ਐਨਾਲਿਸਿਸ ਅ ਟੀਚਰ ਸ਼ੁੱਡ ਹੈਵ ਸਾਊਂਡ ਨੌਲੇਜ ਆਫ ਟੀਚਿੰਗ ਟੈਕਨੀਕਸ, ਟੀਚਿੰਗ ਮੈਕਸਿਮਸ ਐਂਡ ਦ ਨੇਚਰ ਆਫ ਦ ਸਬਜੈਕਟ ਮੈਟਰ। ਟੀਚਰ ਨੂੰ ਫਿਰ ਨੌਲੇਜ ਹੋਣੀ ਚਾਹੀਦੀ ਹੈ, ਇੱਕ ਤਾਂ ਜਿਹੜੀਆਂ ਟੀਚਿੰਗ ਟੈਕਨੀਕਸ ਨੇ, ਫਿਰ ਟੀਚਿੰਗ ਮੈਕਸਿਮਸ ਨੇ, ਅਤੇ ਜਿਹੜਾ ਸਬਜੈਕਟ ਮੈਟਰ ਆ ਉਹਦੀ ਨੇਚਰ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਸਬਜੈਕਟ ਮੈਟਰ ਹੈ। ਬਿਫੋਰ ਟੀਚਿੰਗ ਅ ਟੀਚਰ ਹੈਜ਼ ਟੂ ਡਿਵਾਈਡ ਦ ਟੋਪਿਕ ਇਨਟੂ ਸਮਾਲਰ ਪਾਰਟਸ ਯੂਨਿਟਸ। ਹੁਣ ਟੀਚਰ ਨੇ ਪੜ੍ਹਾਉਣ ਤੋਂ ਪਹਿਲਾਂ ਆਪਣਾ ਜਿਹੜਾ ਟੋਪਿਕ ਹੈ ਉਹਨੂੰ ਸਮਾਲਰ ਪਾਰਟਸ ਦੇ ਵਿੱਚ, ਸਮਾਲਰ ਯੂਨਿਟਸ ਦੇ ਵਿੱਚ ਡਿਵਾਈਡ ਕਰ ਲੈਣਾ ਚਾਹੀਦਾ। ਡਿਊਰਿੰਗ ਦ ਟਾਈਮ ਆਫ ਡਿਵਾਈਡਿੰਗ ਯੂਨਿਟ ਇਨਟੂ ਸਮਾਲਰ ਐਂਡ ਸਿੰਪਲਰ ਸਬ ਯੂਨਿਟਸ ਦ ਟੀਚਰ ਹੈਜ਼ ਟੂ ਆਈਡੈਂਟੀਫਾਈ ਐਂਡ ਰਾਈਟ ਡਾਊਨ ਟੀਚਿੰਗ ਪੁਆਇੰਟਸ। ਫਿਰ ਟੀਚਰ ਨੇ ਕੀ ਕਰਨਾ ਹੈ, ਜਦੋਂ ਬਿਲਕੁਲ ਉਹਨਾਂ ਨੂੰ ਸਮਾਲਰ ਅਤੇ ਸਿੰਪਲ ਸਬ ਯੂਨਿਟਸ ਦੇ ਵਿੱਚ ਡਿਵਾਈਡ ਕਰ ਲਿਆ ਤਾਂ ਫਿਰ ਆਇਡੈਂਟੀਫਾਈ ਕਰਨਾ ਅਤੇ ਰਾਈਟ ਡਾਊਨ ਕਰਨਾ ਕੀ ਚੀਜ਼, ਜਿਹੜੇ ਟੀਚਿੰਗ ਪੁਆਇੰਟਸ ਨੇ। ਟੀਚਿੰਗ ਪੁਆਇੰਟਸ ਇਜ਼ ਦਾ ਸਮੋਲੈਸਟ ਇੰਪੋਰਟੈਂਟ ਯੂਨਿਟ ਆਫ ਟੀਚਿੰਗ ਫॉर्म ਆਫ ਦਾ ਸਬਜੈਕਟ ਮੈਟਰ। ਹੁਣ ਜੋ ਸਮੋਲੈਸਟ ਪੁਆਇੰਟ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਬਹੁਤ ਹੀ ਇੰਪੋਰਟੈਂਟ ਨੇ, ਕਿਉਂਕਿ ਜਦੋਂ ਅਸੀਂ ਯੂਨਿਟ ਨੂੰ ਟੀਚ ਕਰਨਾ ਤਾਂ ਜਿਹੜੇ ਉਹਦੇ ਵਿੱਚ ਮੇਨ ਪੁਆਇੰਟਸ ਨੇ, ਮੇਨ ਗੱਲਾਂ ਨੇ, ਉਹ ਟੀਚਰ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਉਹਦੇ ਬੇਸ 'ਤੇ ਹੀ ਟੀਚਰ ਨੇ ਅੱਗੋਂ ਐਕਸਪਲੇਨ ਕਰਨਾ। ਦੈਟ ਇਜ਼ ਟੂ ਬੀ ਪ੍ਰੈਜੈਂਟਡ ਬਿਫੋਰ ਦਾ ਸਟੂਡੈਂਟਸ ਐਟ ਦ ਟਾਈਮ ਆਫ ਸਿਲੈਕਟਿੰਗ ਟੀਚਿੰਗ ਪੁਆਇੰਟਸ। ਜਦੋਂ ਟੀਚਰ ਨੇ ਜਿਹੜੇ ਟੀਚਿੰਗ ਪੁਆਇੰਟਸ ਨੇ ਉਹਨਾਂ ਨੂੰ ਸਿਲੈਕਟ ਕਰਨਾ। ਅ ਟੀਚਰ ਹੈਜ਼ ਟੂ ਬੀ ਵਿਜੀਲੈਂਟ, ਕੇਅਰਫੁਲ, ਸਕਿਲਫੁਲ, ਇੰਟੈਲੀਜੈਂਟ ਐਂਡ ਸਿਸਟਮੈਟਿਕ ਇਨ ਅਪਰੋਚ। ਤਾਂ ਟੀਚਰ ਨੇ ਨਾਲ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਕਿ ਖੁਦ ਸਕਿਲਫੁਲ ਹੋਵੇ, ਇੰਟੈਲੀਜੈਂਟ ਹੋਵੇ ਅਤੇ ਕੰਮ ਨੂੰ ਸਿਸਟਮੈਟਿਕਲੀ ਕਰ ਸਕੇ। ਨੈਕਸਟ ਹੈ ਸੈਕਿੰਡ ਫਾਰਮੂਲੇਸ਼ਨ ਆਫ ਆਬਜੈਕਟਿਵਸ, ਮੀਨਸ ਵਾਈ ਟੂ ਟੀਚ। ਪੈਡਾਗੋਜੀਕਲ ਐਨਾਲਿਸਿਸ ਇਜ਼ ਦਾ ਸਿਸਟਮੈਟਿਕ ਐਂਡ ਸਾਇੰਟੀਫਿਕ ਐਨਾਲਿਸਿਸ ਆਫ ਦਾ ਟੀਚਿੰਗ ਐਂਡ ਦਾ ਕੰਟੈਂਟ। ਹੁਣ ਇਹ ਟੀਚਿੰਗ ਦਾ ਅਤੇ ਕੰਟੈਂਟ ਦਾ ਇੱਕ ਸਾਇੰਟੀਫਿਕ ਐਨਾਲਿਸਿਸ ਹੈ, ਸਾਇੰਟੀਫਿਕ ਦੇ ਨਾਲ ਸਿਸਟਮੈਟਿਕ ਵੀ ਹੈ। ਫਾਰਮੂਲੇਸ਼ਨ ਆਫ ਦਾ ਆਬਜੈਕਟਿਵਸ ਇਜ਼ ਦਾ ਸੈਕਿੰਡ ਸਟੈਪ ਇਨ ਪੈਡਾਗੋਜੀਕਲ ਐਨਾਲਿਸਿਸ ਆਫਟਰ ਕੈਰੀਡ ਆਊਟ ਆਫ ਦਾ ਫਸਟ ਸਟੈਪ। ਜਦੋਂ ਜਿਹੜਾ ਪਹਿਲਾ ਸਟੈਪ ਹੈ ਉਹ ਕੰਪਲੀਟ ਹੋ ਜਾਏਗਾ, ਉਸ ਤੋਂ ਬਾਅਦ ਜਿਹੜਾ ਇਹ ਸੈਕਿੰਡ ਚੱਲੇਗਾ। ਆਫ ਦਾ ਪੈਡਾਗੋਜੀਕਲ ਐਨਾਲਿਸਿਸ ਦੈਟ ਇਜ਼ ਯੂਨਿਟ ਐਨਾਲਿਸਿਸ ਅ ਟੀਚਰ ਹੈਜ਼ ਟੂ ਫਾਰਮੂਲੇਟ ਦਾ ਇੰਸਟਰਕਸ਼ਨਲ ਓਬਜੈਕਟਿਵਸ ਇਨ ਬਿਹੇਵੀਅਰਲ ਟਰਮਸ। ਹੁਣ ਜਿਹੜੇ ਇੰਸਟਰਕਸ਼ਨਲ ਓਬਜੈਕਟਿਵਸ ਤਿਆਰ ਕਰਨੇ ਨੇ ਉਹ ਬਿਹੇਵੀਅਰਲ ਟਰਮਸ ਦੇ ਵਿੱਚ ਹੋਣੇ ਚਾਹੀਦੇ ਨੇ, ਬਿਕੋਜ਼ ਦਾ ਇੰਸਟਰਕਸ਼ਨਲ ਓਬਜੈਕਟਿਵਸ ਆਰ ਦਾ ਲਰਨਿੰਗ ਆਊਟਕਮਸ। ਕਿਉਂਕਿ ਜੋ ਇੰਸਟਰਕਸ਼ਨਲ ਓਬਜੈਕਟਿਵ ਹੁੰਦੇ ਨੇ ਉਹ ਲਰਨਿੰਗ ਇੰਸਟਰਕਸ਼ਨਲ ਦੇ ਅਕੋਰਡਿੰਗ ਹੀ, ਉਹਦੇ ਅਕੋਰਡਿੰਗ ਹੀ ਆਊਟਕਮ ਹੁੰਦੀ ਹੈ। ਮੀਨਸ ਜਿਸ ਤਰੀਕੇ ਦਾ ਅਸੀਂ ਓਬਜੈਕਟਿਵ ਮਿੱਥ ਕੇ ਚੱਲਦੇ ਹਾਂ ਇੰਸਟਰਕਸ਼ਨਲ, ਉਹਦੇ ਅਕੋਰਡਿੰਗ ਹੀ ਜਿਹੜੀ ਸਾਡੀ ਲਰਨਿੰਗ ਆਊਟਕਮ ਹੈ ਉਹ ਹੋਏਗੀ। ਇਟ ਇਜ਼ ਦਾ ਐਂਡ ਪ੍ਰੋਡਕਟਸ ਆਫ ਟੀਚਿੰਗ ਲਰਨਿੰਗ ਪ੍ਰੋਸੈਸ। ਹੁਣ ਇਹ ਬਿਲਕੁਲ ਐਂਡ ਪ੍ਰੋਡਕਟ ਹੈ, ਐਂਡ ਮੀਨਸ ਬਿਲਕੁਲ ਅੰਤਲਾ ਨਹੀਂ ਇਹਨੂੰ ਕਹਿਣਾ। ਇਹਦੇ ਬੇਸ 'ਤੇ ਅਸੀਂ ਜਿਹੜਾ ਕੋਈ ਵੀ ਸਾਡਾ ਸਾਧਨ ਕਹਿ ਲਓ ਇਹਨੂੰ ਇੱਕ ਤਰੀਕੇ ਨਾਲ। ਲਰਨਿੰਗ ਇਜ਼ ਚੇਂਜ ਇਨ ਬਿਹੇਵੀਅਰ। ਹੁਣ ਲਰਨਿੰਗ ਕੀ ਹੈ, ਚੇਂਜ ਇਨ ਬਿਹੇਵੀਅਰ ਹੈ। ਦਿਸ ਚੇਂਜ ਇਨ ਬਿਹੇਵੀਅਰ ਮੇ ਬੀ ਐਨੀ ਆਫ ਦਾ ਡੋਮੇਨਸ। ਹੁਣ ਜਿਹੜੀ ਬੱਚੇ ਦੇ ਬਿਹੇਵੀਅਰ ਦੇ ਵਿੱਚ ਵੱਖਰੇ ਵੱਖਰੇ ਡੋਮੇਨ ਹੁੰਦੇ ਨੇ, ਉਹਨਾਂ ਦੇ ਵਿੱਚ ਚੇਂਜ ਆ ਸਕਦੀ, ਜਿਵੇਂ ਕਿ
ਕੋਗਨੀਟਿਵ ਹੋ ਸਕਦਾ, ਇਫੈਕਟਿਵ, ਸਾਈਕੋਮੋਟਰ, ਸਾਰਿਆਂ ਦੇ ਵਿੱਚ ਵੀ ਆ ਸਕਦੇ। ਅ ਸਕਸੈਸਫੁਲ ਟੀਚਿੰਗ ਇਜ਼ ਬੇਸਡ ਔਨ ਸਕਸੈਸਫੁਲ ਰੀਅਲਾਈਜੇਸ਼ਨ ਆਫ ਫਾਰਮੂਲੇਟਡ ਇੰਸਟਰਕਸ਼ਨਲ ਆਬਜੈਕਟਿਵਸ। ਹੁਣ ਜਿਹੜੀ ਸਕਸੈਸਫੁਲ ਟੀਚਿੰਗ ਆ ਉਹ ਕਿਹਦੇ ਉੱਪਰ ਬੇਸਡ ਹੈ? ਜਿਹੜੇ ਅਸੀਂ ਇੰਸਟਰਕਸ਼ਨਲ ਆਬਜੈਕਟਿਵਸ ਬਣਾਵਾਂਗੇ। ਬਿਫੋਰ ਫਾਰਮੂਲੇਟਿੰਗ ਇੰਸਟਰਕਸ਼ਨਲ ਆਬਜੈਕਟਿਵਸ ਅ ਟੀਚਰ ਨੀਡਸ ਅ ਸਟੱਡੀ thoroughly the different approaches of behavioral objectives, Bloom's taxonomy of teaching learning objectives, Robert Miller's approach and RCEM approach। ਮੀਨਸ ਜਦੋਂ ਟੀਚਰ ਨੇ ਜਿਹੜੇ ਇੰਸਟਰਕਸ਼ਨਲ ਆਬਜੈਕਟਿਵਸ ਰੈਡੀ ਕਰਨੇ ਨੇ ਤਾਂ ਜਿਹੜੀਆਂ ਅਪਰੋਚਿਸ ਦੇ ਮੈਂ ਨਾਲ ਇਹ ਹੈ, ਇਹਨਾਂ ਦੀ ਟੀਚਰ ਨੂੰ ਜਿਹੜੀ ਨੌਲੇਜ ਆ ਉਹ ਹੋਣੀ ਜ਼ਰੂਰੀ ਹੈ। ਦ ਟੀਚਰ ਇਜ਼ ਰਿਕੁਆਇਰਡ ਟੂ ਹੈਵ ਅ ਗੁੱਡ ਨੌਲੇਜ ਆਫ ਦ ਸਾਈਕੋਲੋਜੀਕਲ ਐਂਡ ਐਜੂਕੇਸ਼ਨਲ ਪ੍ਰਿੰਸੀਪਲਸ ਆਫ ਟੀਚਿੰਗ ਲਰਨਿੰਗ ਪ੍ਰੋਸੈਸ। ਟੀਚਰ ਨੂੰ ਵਧੀਆ ਨੌਲੇਜ ਹੋਣੀ ਚਾਹੀਦੀ ਹੈ ਨਾਲ ਸਾਈਕੋਲੋਜੀਕਲ ਤੇ ਐਜੂਕੇਸ਼ਨਲ ਪ੍ਰਿੰਸੀਪਲਸ ਦੀ, ਜਿਹੜੇ ਕਿ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਥਰਡ ਹੈ ਲਰਨਿੰਗ ਐਕਸਪੀਰੀਅੰਸਿਸ ਐਂਡ ਚੂਜ਼ਨ ਮੈਥਡ, ਮੀਨਸ ਹਾਊ ਟੂ ਟੀਚ। ਲਰਨਿੰਗ ਐਕਸਪੀਰੀਅੰਸਿਸ ਐਂਡ ਚੂਜ਼ਨ ਮੈਥਡ ਇਜ਼ ਦਾ ਥਰਡ ਸਟੈਪ ਇਨ ਪੈਡਾਗੋਜੀਕਲ ਐਨਾਲਿਸਿਸ ਆਫਟਰ ਕਨਫਰਮਿੰਗ ਅਬਾਊਟ ਵਾਟ ਟੂ ਟੀਚ। ਜਦੋਂ ਅਸੀਂ ਕਨਫਰਮ ਕਰ ਲਿਆ ਕਿ ਵਾਟ ਟੂ ਟੀਚ ਮੀਨਸ ਕੀ ਸਬਜੈਕਟ ਮੈਟਰ ਅਸੀਂ ਬੱਚਿਆਂ ਨੂੰ ਟੀਚ ਕਰਨਾ ਹੈ, ਐਂਡ ਵਾਈ ਟੂ ਟੀਚ ਜਿਹਦੇ ਵਿੱਚ ਅਸੀਂ ਨੇ ਜਿਹੜੇ ਇੰਸਟਰਕਸ਼ਨਲ ਆਬਜੈਕਟਿਵਸ ਰੈਡੀ ਕਰਨੇ ਨੇ ਉਹ ਅਸੀਂ ਕਰ ਲਏ। ਦੈਨ ਦ ਟੀਚਰ ਹੈਜ਼ ਟੂ ਚੂਜ਼ ਦ ਬੈਸਟ ਮੈਥਡਸ, ਮੈਕਸਿਮਸ, ਟੈਕਨੀਕਸ, ਟੈਕਟਿਕਸ, ਸਟ੍ਰੈਟਜੀਜ਼, ਅਪਰੋਚਸ ਟੂ ਟੀਚ ਦਾ ਪਰਟੀਕੂਲਰ ਸਬਜੈਕਟ ਮੈਟਰ। ਫਿਰ ਹੁਣ ਟੀਚਰ ਨੇ ਡਿਫਰੈਂਟ ਮੈਥਡਸ ਜਿਹੜੇ ਕਿ ਬੈਸਟ ਹੋਣ ਤੇ ਮੈਕਸਿਮਮ ਆਫ ਟੀਚਿੰਗ, ਟੈਕਨੀਕਸ, ਸਾਰੀਆਂ ਸਟ੍ਰੈਟਜੀਜ਼ ਇਨ ਟੀਚਰ ਨੇ ਉਹਦੇ ਅਕੋਰਡਿੰਗ ਉਹਨਾਂ ਨੂੰ ਚੂਜ਼ ਕਰਨਾ ਹੈ। ਪਹਿਲਾਂ ਦੇਖਣਾ ਹੈ ਕਿ ਮੈਂ ਕਿਹੜਾ ਜਿਹੜਾ ਮੈਥਡ ਉਹ ਵਧੀਆ ਰਹੇਗਾ, ਕਿਸ ਤਰ੍ਹਾਂ ਦੇ ਮੈਕਸਿਮਮ ਆਫ ਟੀਚਿੰਗ ਦੇ ਨਾਲ ਮੈਂ ਟੀਚ ਕਰਨਾ, ਕਿਹੜੀ ਅਪਰੋਚ ਨੂੰ ਮੈਂ ਯੂਜ਼ ਕਰਨਾ। ਦ ਟੀਚਰ ਸ਼ੁੱਡ ਹੈਵ ਦ ਕਲੀਅਰ ਨੌਲੇਜ ਅਬਾਊਟ ਦ ਟੀਚਿੰਗ ਸਕਿੱਲਸ। ਜਿਹੜਾ ਟੀਚਰ ਆ ਉਹਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਟੀਚਿੰਗ ਸਕਿੱਲਸ ਨੇ ਉਹ ਕਿਹੜੀਆਂ ਨੇ, ਕਿਹੜੀ ਸਕਿੱਲ ਇਹਨਾਂ ਬੱਚਿਆਂ ਦੇ ਲਈ ਸਿਊਟੇਬਲ ਰਹੇਗੀ, ਕਿਹੜੀ ਸਕਿੱਲ ਇਸ ਕੰਟੈਂਟ ਨੂੰ ਪੜ੍ਹਾਉਣ ਦੇ ਲਈ ਵਧੀਆ ਰਹੇਗੀ। ਐਂਡ ਦ ਨੌਲੇਜ ਆਫ ਯੂਜ਼ਿੰਗ ਆਡੀਓ ਵਿਜ਼ੂਅਲ ਏਡਸ ਇਫੈਕਟਿਵਲੀ। ਟੀਚਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ ਮੈਂ ਉਹਨਾਂ ਨੂੰ ਇਫੈਕਟਿਵਲੀ ਕਿਸ ਢੰਗ ਨਾਲ ਯੂਜ਼ ਕਰਨਾ ਹੈ। ਇਨ ਇੰਗਲਿਸ਼ ਟੀਚਰ, ਇੱਥੇ ਆਪਾਂ ਸਾਇੰਸ ਟੀਚਰ ਦੀ ਗੱਲ ਕਰਾਂਗੇ, ਹੈਜ਼ ਟੂ ਸਿਲੈਕਟ ਸੁਟੇਬਲ ਮੈਥਡਸ, ਜਿਵੇਂ ਕਿ ਡਾਇਰੈਕਟ ਮੈਥਡ, ਬਾਈਲਿੰਗੁਅਲ ਮੈਥਡ। ਤਾਂ ਤੁਸੀਂ ਆਪਣੇ ਇੱਥੇ ਸਬਜੈਕਟ ਦੇ ਅਕੋਰਡਿੰਗ ਮੈਥਡਸ ਲਿਖੋਗੇ। ਟ੍ਰਾਂਸਲੇਸ਼ਨ ਮੈਥਡ ਐਂਡ ਦ ਬੈਸਟ ਅਪਰੋਚ ਟੂ ਫॉर ਪ੍ਰੋਪਰਲੀ ਲਰਨਿੰਗ ਆਊਟਕਮਸ। ਇੱਥੇ ਜਿਹੜੇ ਟੀਚਰ ਆ ਉਹਨੇ ਬੈਸਟ ਜਿਹੜਾ ਮੈਥਡ ਆ ਉਹ ਚੂਜ਼ ਕਰਨਾ। ਨੈਕਸਟ ਇਜ਼ ਇਵੈਲਿਊਏਸ਼ਨ ਡਿਵਾਈਸ। ਇਵੈਲਿਊਏਸ਼ਨ ਡਿਵਾਈਸ ਮੀਨਸ ਇਵੈਲਿਊਏਸ਼ਨ ਮੈਥਡ, ਸਿਲੈਕਸ਼ਨ ਆਫ ਇਵੈਲਿਊਏਸ਼ਨ ਡਿਵਾਈਸ। ਦਿਸ ਇਜ਼ ਦ ਲਾਸਟ ਐਂਡ ਫੋਰਮੋਸਟ ਸਟੈਪ। ਹੁਣ ਅਸੀਂ ਗਾਈਡਲਾਈਨਸ ਹੀ ਕਰ ਰਹੇ ਹਾਂ, ਗਾਈਡਲਾਈਨਸ ਦੇ ਵਿੱਚ ਹੀ 4 ਸਟੈਪਸ ਨੇ, ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਤੁਸੀਂ ਜੇਕਰ ਸਟੈਪ ਵਰਡ ਦੀ ਵਰਤੋਂ ਨਹੀਂ ਕਰਨੀ, ਯੂ ਕੈਨ ਯੂਜ਼ ਗਾਈਡਲਾਈਨਸ। ਦਿਸ ਇਜ਼ ਦ ਲਾਸਟ ਐਂਡ ਫੋਰਮੋਸਟ ਸਟੈਪ ਆਫ ਪੈਡਾਗੋਜੀਕਲ ਐਨਾਲਿਸਿਸ। ਇਟ ਇਜ਼ ਵੈਰੀ ਵੈਲ ਨੋਨ ਦੈਟ ਇਵੈਲਿਊਏਸ਼ਨ ਇਜ਼ ਡਿਜ਼ਾਇਰਡ ਚੇਂਜਸ ਇਨ ਦ ਬਿਹੇਵੀਅਰ ਆਫ ਦ ਸਟੂਡੈਂਟਸ। ਹੁਣ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਲਰਨਿੰਗ ਅਸੀਂ ਉਹ ਤੋਂ ਕੀ ਇੱਛਾ ਕਰਦੇ ਹੋ ਨਾ, ਕੀ ਸੋਚਦੇ ਹੋ ਨਾ ਕਿ ਬੱਚਿਆਂ ਦਾ ਜਿਹੜਾ ਬਿਹੇਵੀਅਰ ਹੈ ਉਹਦੇ ਵਿੱਚ ਜਿਹੜੀਆਂ ਡਿਜ਼ਾਇਰਡ ਚੇਂਜਸ ਆਉਣ, ਉਹਦੇ ਲਈ ਜਿਹੜੀ ਇਵੈਲਿਊਏਸ਼ਨ ਉਹ ਕੀਤੀ ਜਾਂਦੀ ਹੈ। ਦ ਟੋਟਲ ਬਿਹੇਵੀਅਰਲ ਆਊਟਕਮਸ ਆਰ ਮੇਜਰਡ ਵਿਦ ਦ ਹੈਲਪ ਆਫ ਇਵੈਲਿਊਏਸ਼ਨ ਡਿਵਾਈਸਿਸ। ਫਿਰ ਹੁਣ ਜਿਹੜਾ ਬਿਹੇਵੀਅਰਲ ਆਊਟਕਮਸ ਨੇ ਟੋਟਲ ਬੱਚੇ ਦੀਆਂ, ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਮੇਜਰਮੈਂਟ ਕਰ ਸਕਦੇ ਹਾਂ? ਇਵੈਲਿਊਏਸ਼ਨ ਡਿਵਾਈਸਿਸ ਦੇ ਦੁਆਰਾ, ਕਿ ਬੱਚੇ ਨੇ ਕਿੰਨਾ ਲਰਨ ਕਰ ਲਿਆ। ਰਾਈਟ ਇਵੈਲਿਊਏਸ਼ਨ ਇਜ਼ ਦਾ ਟੈਡੀਲੀਅਸ ਜੋਬ, ਟੈਡੀਸੇ ਜੋਬ। ਹੁਣ ਰਾਈਟ ਇਵੈਲਿਊਏਸ਼ਨ ਇੱਕ ਬਹੁਤ ਔਖਾ ਕੰਮ ਹੈ ਟੀਚਰ ਦੇ ਲਈ, ਕਿ ਕਿਸ ਤਰੀਕੇ ਨਾਲ ਉਹ ਬੱਚੇ ਨੂੰ ਇਕੱਲੇ ਨੂੰ ਉਹਨਾਂ ਦੀ ਜੱਜਮੈਂਟ ਕਰੇ, ਕਿਸ ਤਰੀਕੇ ਨਾਲ ਉਹਨਾਂ ਨੂੰ ਇਵੈਲਿਊਏਟ ਕਰੇ। ਇਟ ਰਿਕੁਆਇਰਸ ਲੋਟ ਆਫ ਸਕਿੱਲਸ ਐਂਡ ਨੌਲੇਜ ਔਨ ਦਾ ਪਾਰਟ ਆਫ ਦ ਟੀਚਰ। ਫਿਰ ਟੀਚਰ ਦੇ ਵਿੱਚ ਸਕਿੱਲਸ ਹੋਣੇ ਚਾਹੀਦੇ ਨੇ, ਨੌਲੇਜ ਹੋਣੀ ਚਾਹੀਦੀ ਹੈ ਕਿ ਹਾਊ ਕੈਨ ਆਈ ਇਵੈਲਿਊਏਟ ਟੂ ਈਚ ਸਟੂਡੈਂਟ। ਆਫਟਰ ਹੈਵਿੰਗ ਟੌਟ ਦ ਲੈਸਨ, ਦ ਟੀਚਰ ਅਟੈਂਪਟਸ ਟੂ ਨੋ ਹਾਊ ਇਜ਼ ਹਿਜ਼ ਟੀਚਿੰਗ ਵਾਜ਼। ਜਦੋਂ ਟੀਚਰ ਆਪਣਾ ਜਿਹੜਾ ਲੈਸਨ ਆ ਉਹ ਕੰਪਲੀਟ ਕਰਵਾ ਦਿੰਦਾ ਕਲਾਸ ਦੇ ਵਿੱਚ, ਤਾਂ ਟੀਚਰ ਨੇ ਦੇਖਣਾ ਹੁੰਦਾ, ਅਟੈਂਪਟਸ ਕਰਨੇ ਹੁੰਦੇ ਨੇ ਕਿ ਉਹ ਦੇਖ ਸਕੇ ਉਹਦੀ ਟੀਚਿੰਗ ਆ ਜਿਹੜੀ ਉਹ ਕਿਸ ਤਰ੍ਹਾਂ ਦੀ ਸੀ। ਇਵੈਲਿਊਏਸ਼ਨ ਐਟ ਦ ਐਂਡ ਆਫ ਦ ਲੈਸਨ ਇਨਕਲੂਡਸ 2 ਐਸਪੈਕਟਸ। ਜਦੋਂ ਟੀਚਰ ਆਪਣਾ ਜਿਹੜਾ ਲੈਸਨ ਆ ਉਹ ਕਰਵਾ ਦਿੰਦਾ ਤਾਂ ਉਹਦੇ ਵਿੱਚ ਇਵੈਲਿਊਏਸ਼ਨ ਐਂਡ 'ਤੇ ਹੁੰਦੀ ਹੈ ਬਿਲਕੁਲ, ਅਤੇ ਉਹਦੇ ਵਿੱਚ 2 ਜਿਹੜੇ ਐਸਪੈਕਟਸ ਨੇ ਉਹ ਇਨਕਲੂਡ ਹੁੰਦੇ ਨੇ। ਫਸਟ ਇਜ਼ ਰੀਕੈਪਚੁਲੇਸ਼ਨ। ਰੀਕੈਪਚੁਲੇਸ਼ਨ ਦੇ ਵਿੱਚ ਅਸੀਂ ਬੱਚਿਆਂ ਨੂੰ ਜੋ ਅਸੀਂ ਟੌਪਿਕ ਕਰਵਾਇਆ ਉਹਦੇ ਵਿੱਚੋਂ ਕੁਐਸਚਨ ਪੁੱਟ ਕਰਦੇ ਹਾਂ, ਜਿਹਦੇ ਜਦੋਂ ਬੱਚੇ ਰਿਸਪੌਂਸ ਦੇਣਗੇ ਤਾਂ ਟੀਚਰ ਨੂੰ ਇਮੀਡੀਏਟਲੀ ਫੀਡਬੈਕ ਮਿਲ ਜਾਏਗੀ ਕਿ ਹਾਊ ਵਾਜ਼ ਦ ਲੈਸਨ, ਹਾਊ ਵਾਜ਼ ਹਿਜ਼ ਟੀਚਿੰਗ। ਦੈਨ ਹੋਮਵਰਕ, ਜਦੋਂ ਟੀਚਰ ਹੋਮਵਰਕ ਦਿੰਦਾ, ਹੁਣ ਹੋਮਵਰਕ ਕਿਸ ਤਰ੍ਹਾਂ ਦਾ ਦੇ ਰਿਹਾ ਤਾਂ ਉਹ 'ਤੇ ਵੀ ਡਿਪੈਂਡ ਕਰਦਾ। ਅਤੇ ਬੱਚੇ ਵੀ ਕਈ ਵਾਰ ਕੁਐਸਚਨ ਕਰਦੇ ਆ ਜਦੋਂ ਟੀਚਰ ਹੋਮਵਰਕ ਦਿੰਦਾ, ਤਾਂ ਉਹਦੇ ਅਕੋਰਡਿੰਗ ਟੀਚਰ ਨੂੰ ਜਿਹੜੀ ਫਿਰ ਵੀ ਫੀਡਬੈਕ ਮਿਲਦੀ ਹੈ ਨਾਲ ਹੀ
ਕਿ ਉਹਦਾ ਜਿਹੜਾ ਹੋਮਵਰਕ ਹੈ ਸੈਟਿਸਫੈਕਟਰੀ ਹੈ ਜਾਂ ਨਹੀਂ ਹੈ। ਆਫਟਰ ਦਾ ਐਂਡ ਆਫ ਦਾ ਲੈਸਨ, ਜਦੋਂ ਜਿਹੜਾ ਟੀਚਰ ਉਹ ਲੈਸਨ ਦਾ ਐਂਡ ਕਰਦਾ, ਟੀਚਰ ਕੈਰੀਜ਼ ਆਊਟ recapitulation. He asks certain questions on the basis of the lesson he has just taught, ਜਿਹਦੇ ਵਿੱਚ ਜਿਹੜਾ ਪੜ੍ਹਾਇਆ ਉਹਦੇ ਵਿੱਚੋਂ। Questions may be asked from the whole class and the individual students. ਹੁਣ ਜਿਹੜੇ ਟੀਚਰ ਆ, ਜਿਹੜੇ ਰੀਕੈਪਚੁਲੇਸ਼ਨ ਦੇ ਕੁਐਸਚਨ ਹੁੰਦੇ ਨੇ, ਇਕੱਲੇ ਇਕੱਲੇ ਬੱਚੇ ਨੂੰ ਪੁੱਛ ਸਕਦਾ ਕਿ ਹਾਂਜੀ ਤੁਸੀਂ ਦੱਸਣਾ ਪਰਟੀਕੂਲਰ ਨਾਂ ਲੈ ਕੇ, ਤੇ ਪੂਰੀ ਕਲਾਸ ਦੇ ਲਈ ਵੀ ਜਿਹੜਾ ਕੁਐਸਚਨ ਆ ਉਹ ਹੋ ਸਕਦਾ। ਇੰਡੀਵਿਜੂਅਲ ਸਟੂਡੈਂਟ ਦਾ ਮਤਲਬ ਕਿ ਜਿਹੜੇ ਸਟੂਡੈਂਟ ਕਈ ਵਾਰ ਪੜ੍ਹਨ ਦੇ ਵਿੱਚ ਮੀਡੀਅਮ ਹੁੰਦੇ ਨੇ ਜਾਂ ਲੋਅਰ ਲੈਵਲ ਦੇ ਹੁੰਦੇ ਨੇ, ਟੀਚਰ ਉਹਨਾਂ ਨੂੰ ਤਾਂ ਦੇਖਦਾ ਕਿ ਮੇਰੀ ਟੀਚਿੰਗ ਦਾ ਇਹਨਾਂ ਬੱਚਿਆਂ ਦੇ ਉੱਪਰ ਕੋਈ ਇਫੈਕਟ ਪਿਆ ਜਾਂ ਨਹੀਂ ਪਿਆ, ਇਹਨਾਂ ਨੂੰ ਕੁਝ ਸਮਝ ਆਇਆ ਜਾਂ ਨਹੀਂ ਆਇਆ। ਦ ਕੁਐਸਚਨਸ ਆਰ ਜਨਰਲੀ ਓਬਜੈਕਟਿਵ ਐਂਡ ਓਪਨ ਐਂਡਡ। ਹੁਣ ਜਿਹੜੇ ਕੁਐਸਚਨ ਨੇ ਉਹ ਜਨਰਲੀ ਓਬਜੈਕਟਿਵ, ਉਹਨਾਂ ਦਾ ਕੋਈ ਉਦੇਸ਼ ਹੋਣਾ ਚਾਹੀਦਾ, ਤੇ ਨਾਲ ਉਹ ਓਪਨ ਐਂਡਡ ਹੋਣੇ ਚਾਹੀਦੇ ਨੇ। ਆਫਟਰ ਮੇਕਿੰਗ ਰੀਕੈਪਚੁਲੇਸ਼ਨ question to the students, then the teacher has to give the homework to the students. The homework given to the students should not be overloaded नहीं होना चाहिए, and that should be related to the class work, ਤੇ class work ਨਾਲ ਹੋਣਾ ਚਾਹੀਦਾ। it should be checked out immediately, ਤੇ ਉਹਨੂੰ immediately ਚੈੱਕ ਕੀਤਾ ਜਾਣਾ ਚਾਹੀਦਾ ਜਿਹੜਾ ਕਿ ਬੱਚਿਆਂ ਨੂੰ ਹੋਮਵਰਕ ਦਿੱਤਾ ਜਾਂਦਾ। ਜਿਵੇਂ ਕਿ ਟੀਚਰ ਨੇ ਅੱਜ ਕੰਮ ਦਿੱਤਾ, ਕੱਲ ਸਕੂਲ ਲੱਗਿਆ, ਤੇ ਨਾਲ ਦੀ ਨਾਲ ਬੱਚਿਆਂ ਦਾ ਜਿਹੜਾ ਫਸਟਲੀ ਬੱਚੇ ਕਲਾਸ ਦੇ ਵਿੱਚ ਆਉਂਦੇ ਨੇ, ਟੀਚਰ ਆਉਂਦਾ ਤਾਂ ਉਹਨਾਂ ਦਾ ਜਿਹੜਾ ਹੋਮਵਰਕ ਹੈ ਉਹ ਨਾਲ ਹੀ ਚੈੱਕ ਹੋਣਾ ਚਾਹੀਦਾ। ਆਫਟਰ ਟੀਚਿੰਗ ਵੀ ਹੋ ਸਕਦਾ, ਬਟ ਰੂਟੀਨ ਦੇ ਵਿੱਚ ਚੈੱਕਅਪ ਹੋਣੀ ਜ਼ਰੂਰੀ ਹੈ। ਅਦਰਵਾਈਜ਼ ਦਾ ਸਟੂਡੈਂਟਸ ਆਰ ਨਾਟ ਮੋਟੀਵੇਟਡ ਟੂ ਡੂ ਐਨੀ ਹੋਮਵਰਕ ਫਰਦਰ। ਨਹੀਂ ਤਾਂ ਜਿਹੜੇ ਬੱਚੇ ਨੇ ਉਹ ਨੈਕਸਟ ਟਾਈਮ ਤੋਂ ਜਿਹੜਾ ਹੋਮਵਰਕ ਹੈ ਉਹ ਕੰਮ ਕਰਨ ਦੇ ਵਿੱਚ ਇੰਟਰਸਟ ਨਹੀਂ ਲੈਣਗੇ। ਡੀਅਰ ਸਟੂਡੈਂਟਸ, ਇਹ ਸੀ ਗਾਈਡਲਾਈਨਸ ਫॉर ਪੈਡਾਗੋਜੀਕਲ ਐਨਾਲਿਸਿਸ। ਥੈਂਕਸ ਫॉर ਵਾਚਿੰਗ ਐਂਡ ਹੈਵ ਅ ਨਾਈਸ ਡੇ। ਆਲ ਦ ਬੈਸਟ।